ਕਸੂਰ ਦੇ ਵਿੱਚ ਇੱਕ ਦਿਲ ਦਹਿਲਾ ਦੇਣ ਵਾਲਾ ਵਾਕਿਆ ਪੇਸ਼ ਆਇਆ। ਬਦਬਖਤ ਬੇਟੇ ਨੇ ਆਪਦੀ ਜਿਹੜੀ ਮਾਂ ਹੈ, ਆਪਦੀ ਜੰਨਤ ਹੈ, ਉਹਨੂੰ ਆਪਦੇ ਹੱਥਾਂ ਦੇ ਨਾਲ ਉਜਾੜ ਦਿੱਤਾ ਹੈ। ਇਹ ਬੜਾ ਦਿਲ ਖਰਾਸ਼ ਵਾਕਿਆ ਹੈ। ਕਸੂਰ ਦੇ ਵਿੱਚ ਹਾਫਜ਼ ਇੱਕ ਲੜਕਾ ਸੀ ਜਿਨੇ ਆਪਦੀ ਵਾਲਦਾ ਨੂੰ ਦੂਸਰੀ ਮੰਜ਼ਲ ਦੇ ਉੱਤੇ ਲਿਜਾ ਕੇ ਟੋਕਿਆਂ ਦੇ ਵਾਰ ਕਰਕੇ ਕਤਲ ਕਰ ਦਿੱਤਾ ਹੈ। ਇਹ ਬੜਾ ਦਿਲ ਖਰਾਸ਼ ਵਾਕਿਆ ਹੈ। ਮੇਰੇ ਕੋਲ ਅਲਫਾਜ਼ ਨਹੀਂ ਹੈਗੇ ਕਿ ਇਹਨੂੰ ਕਿਸ ਤਰ੍ਹਾਂ ਬਿਆਨ ਕਰਾਂ। ਜਿਹੜੀ ਮਾਂ ਹੁੰਦੀ ਏ ਇਹ ਮਾਂ ਹੀ ਹੁੰਦੀ ਏ, ਕਿਉਂਕਿ ਮਾਂ ਔਲਾਦ ਵਾਸਤੇ ਪੂਰੀ ਜ਼ਿੰਦਗੀ ਦੁਆਵਾਂ ਕਰਦੀ, ਉਹਦੇ ਵਾਸਤੇ ਖਾਣੇ ਪਕਾਉਂਦੀ, ਉਹਨੂੰ ਪਾਲ ਪੋਸ ਤੇ ਵੱਡਾ ਕਰਦੀ ਏ। ਉਸ ਤੋਂ ਬਾਅਦ ਜਿਹੜੀ ਔਲਾਦ ਹੁੰਦੀ ਏ ਉਹ ਇਸ ਤਰ੍ਹਾਂ ਦੀ ਨਾਫਰਮਾਨ ਵੀ ਨਿਕਲ ਆਉਂਦੀ ਏ। ਇਸੇ ਤਰ੍ਹਾਂ ਹੀ ਇਹ ਹਾਫਜ਼ ਸੀ, ਕਸੂਰ ਦੇ ਰਹਿਸ਼ੀ ਸੀ, ਬਸਤੀ ਏ ਉੱਥੋਂ ਦੇ ਇਹ ਰਹਿਸ਼ੀ ਸੀ ਜਿੱਥੇ ਖਾਣਾ ਦੇਰੀ ਤੇ ਮਿਲਣ ਦੇ ਉੱਤੇ ਇਸ ਹਾਫਜ਼ ਨੇ ਆਪਦੀ ਵਾਲਦਾ ਨੂੰ ਕਤਲ ਕਰ ਦਿੱਤਾ ਹੈ। ਇਹ ਜਿਹੜਾ ਦਰਿੰਦਾ ਏ ਇਹਨੂੰ ਦਰਿੰਦਾ ਹੀ ਕਿਹਾ ਜਾ ਸਕਦਾ ਹੈ। ਇਹ ਬੜਾ ਇੰਤਹਾਈ ਅਫਸੋਸਨਾਕ ਵਾਕਿਆ ਬਣਿਆ। ਵਾਲਦੈਨ ਬੱਚਿਆਂ ਵਾਸਤੇ ਦੁਆਵਾਂ ਕਰਦੇ ਨੇ, ਬੱਚਿਆਂ ਨੂੰ ਪਾਲ ਪੋਸ ਤੇ ਵੱਡਾ ਕਰਦੇ ਨੇ ਤਾਂ ਕਿ ਆਪਦੀ ਜ਼ਿੰਦਗੀ ਦੇ ਵਿੱਚ ਆਪਦੇ ਪੈਰਾਂ ਦੇ ਉੱਤੇ ਖਲੋ ਜਾਣ, ਲੇਕਿਨ ਅੱਗੋਂ ਜਿਹੜੀ ਔਲਾਦ ਹੁੰਦੀ ਏ ਉਹ ਇਸ ਤਰ੍ਹਾਂ ਦੀ ਵੀ ਨਿਕਲ ਆਉਂਦੀ ਏ। ਉਸ ਤੋਂ ਬਾਅਦ ਇਹ ਜਿਹੜਾ ਹਾਫਜ਼ ਏ ਇਹਨੇ ਆਪਦੀ ਵਾਲਦਾ ਨੂੰ ਘਰ ਆ ਕੇ ਤਸ਼ੱਦਦ ਕਰਨਾ ਮਾਮੂਲ ਬਣਾ ਲਿਆ ਸੀ। ਆਏ ਦਿਨ ਵਾਲਦਾ ਦੇ ਉੱਤੇ ਤਸ਼ੱਦਦ ਕਰਦਾ ਸੀ, ਉਹਨੂੰ ਮਾਰਦਾ ਸੀ, ਕੁੱਟਦਾ ਸੀ, ਲੇਕਿਨ ਵਾਲਦੈਨ ਦੀ ਜਿਹੜੀ ਬਰਦਾਸ਼ਤ ਹੁੰਦੀ ਉਹ ਬੜੀ ਜ਼ਿਆਦਾ ਹੁੰਦੀ ਏ। ਵਾਲਦਾ ਬਰਦਾਸ਼ਤ ਕਰਦੀ ਰਹੀ ਕਿ ਮੇਰਾ ਪੁੱਤਰ ਹੈ, ਆਖਰ ਸਮਝ ਜਾਏਗਾ, ਮੇਰੇ ਨਾਲ ਮੁਹੱਬਤ ਕਰੇਗਾ, ਮੈਨੂੰ ਪਹਿਲੇ ਵੀ ਮੁਹੱਬਤ ਕਰਦਾ ਸੀ। ਲੇਕਿਨ ਜਦੋਂ ਮਾਸ਼ਰੇ ਦੇ ਅੰਦਰ ਅਦਮ ਬਰਦਾਸ਼ਤ ਵੱਧ ਜਾਵੇ ਫਿਰ ਇਸ ਤਰ੍ਹਾਂ ਦੇ ਵਾਕਿਆਤ ਦੇ ਵਿੱਚ ਵੀ ਇਜ਼ਾਫਾ ਹੁੰਦਾ ਹੈ। ਇਸੇ ਤਰ੍ਹਾਂ ਪਹਿਲੇ ਵੀ ਕਾਫੀ ਜ਼ਿਆਦਾ ਵਾਕਿਆਤ ਬਣੇ ਨੇ। ਆਏ ਦਿਨ ਇਸ ਤਰ੍ਹਾਂ ਦੇ ਸੋਸ਼ਲ ਮੀਡੀਆ ਦੇ ਉੱਤੇ ਵਾਕਿਆਤ ਹੁੰਦੇ ਨਜ਼ਰ ਵੀ ਆਉਂਦੇ ਨੇ। ਇਹ ਵੀ ਕਸੂਰ ਦੇ ਵਿੱਚ ਜਿਹੜਾ ਇੰਤਹਾਈ ਅਫਸੋਸਨਾਕ ਵਾਕਿਆ ਬਣਿਆ। ਇਹ ਜਿਹੜਾ ਹਾਫਜ਼ ਹੈ ਘਰ ਆਉਂਦਾ, ਵਾਲਦਾ ਨੂੰ ਕਹਿੰਦਾ ਕਿ ਮੇਰੇ ਵਾਸਤੇ ਖਾਣਾ ਲੈ ਕੇ ਆਓ। ਵਾਲਦਾ ਕਹਿੰਦੀ ਹੈ ਕਿ ਪੁੱਤਰ ਹਲੇ ਨਹੀਂ ਬਣਿਆ। ਉਸ ਤੋਂ ਬਾਅਦ ਇਹ ਵਾਲਦਾ ਨੂੰ ਬੜੀ ਸਫਾਕੀਅਤ ਦੇ ਨਾਲ ਘਸੀੜਦਾ ਹੋਇਆ ਸੀੜੀਆਂ ਦੇ ਉੱਤੋਂ ਦੂਸਰੀ ਮੰਜ਼ਲ ਦੇ ਉੱਤੇ ਲੈ ਕੇ ਜਾਂਦਾ ਹੈ ਤੇ ਉਸ ਤੋਂ ਬਾਅਦ ਉਹਨੂੰ ਬੇਦਰਦੀ ਦੇ ਨਾਲ ਟੋਕਿਆਂ ਦੇ ਵਾਰ ਕਰਕੇ ਕਤਲ ਕਰ ਦਿੰਦਾ ਹੈ। ਇਹ ਦਿਲ ਦਹਿਲਾ ਦੇਣ ਵਾਲਾ ਵਾਕਿਆ ਹੈ। ਉਸ ਤੋਂ ਬਾਅਦ ਕਤਲ ਕਰਨ ਤੋਂ ਬਾਅਦ ਵਾਲਦਾ ਚੀਕਦੀ ਚਲਾਉਂਦੀ ਏ, ਅਹਿਲੇ ਇਲਾਕਾ ਵਾਲੇ ਉੱਥੇ ਇਕੱਠੇ ਹੋ ਜਾਂਦੇ ਨੇ ਤੇ ਇਹ ਦੂਸਰੀ ਮੰਜ਼ਲ ਦੇ ਉੱਤੇ ਟੋਕਾ ਹੱਥ ਦੇ ਵਿੱਚੋਂ ਫੜ ਕੇ ਉਵੇਂ ਹੀ ਥੱਲੇ ਆਉਂਦਾ, ਉਹਨੂੰ ਲਹਿਰਾਉਂਦਾ ਹੋਇਆ ਉੱਥੋਂ ਫਰਾਰ ਹੋ ਜਾਂਦਾ ਹੈ। ਫਿਰ ਅਹਿਲੇ ਮਹੱਲਾ ਵਾਲੇ ਪੁਲਿਸ ਨੂੰ ਕਾਲ ਕਰਦੇ ਨੇ, ਪੁਲਿਸ ਮੌਕੇ ਦੇ ਉੱਤੇ ਆਉਂਦੀ, ਸਾਰੀ ਸੂਰਤ ਹਾਲ ਵੇਖਦੀ, ਸ਼ਵਾਹਿਦ ਇਕੱਠੇ ਕਰਦੇ ਨੇ। ਉਸ ਤੋਂ ਬਾਅਦ ਇਹਦੀ ਜਿਹੜੀ ਵਾਲਦਾ ਦੀ ਬੋਡੀ ਉਹਨੂੰ ਹਸਪਤਾਲ ਮੁੰਤਕਿਲ ਕਰ ਦਿੰਦੇ ਨੇ। ਇਹ ਬੜਾ ਦਿਲ ਖਰਾਸ਼ ਵਾਕਿਆ। ਇਹਨੇ ਵੀ ਹਾਫਜ਼ ਨੇ ਜਾਂ ਉਲਮਾ ਇਕਰਾਮ ਨੇ ਉਹਨਾਂ ਅੱਗੇ ਵੀ ਅਪੀਲ ਹੈ ਕਿ ਜਦੋਂ ਬੱਚਿਆਂ ਨੂੰ ਦੀਨੀ ਤਾਲੀਮ ਦਿੱਤੀ ਜਾਂਦੀ ਉਦੋਂ ਨਾਲ ਇਸ ਤਰ੍ਹਾਂ ਦੇ ਵੀ ਮਾਮਲਾ ਦੱਸੇ ਜਾਣ, ਵਾਲਦੈਨ ਦੀ ਤਰਬੀਅਤ ਦੇ ਬਾਰੇ ਵੀ ਦੱਸਿਆ ਜਾਵੇ, ਨਾਲ ਉਹਨਾਂ ਨੂੰ ਸਮਝਾਇਆ ਜਾਵੇ ਕਿ ਵਾਲਦੈਨ ਦੀ ਇੱਜ਼ਤ, ਪਿਆਰ, ਮੁਹੱਬਤ ਕਿੰਨਾ ਜ਼ਰੂਰੀ ਹੈ ਤੇ ਵਾਲਦੈਨ ਦੀ ਕਦਰ ਕਰਨ ਵਾਲਾ ਬੰਦਾ ਹੀ ਦੁਨੀਆ ਤੇ ਕਾਮਯਾਬ ਹੁੰਦਾ ਹੈ। ਤੇ ਉਸ ਤੋਂ ਬਾਅਦ ਉਹ ਜਿਹੜਾ ਮੁਲਜ਼ਮ ਹੈ ਮੌਕੇ ਦੇ ਉੱਤੋਂ ਫਰਾਰ ਹੋ ਗਿਆ। ਬੜਾ ਦਿਲ ਖਰਾਸ਼ ਵਾਕਿਆ ਹੈ ਤੇ ਇਹਦੇ ਵਿੱਚ ਹੁਣ ਪੁਲਿਸ ਨੇ ਮੁਖਤਲਿਫ ਜਿਹੜੀਆਂ ਟੀਮਾਂ ਨੇ ਉਹ ਬਣਾ ਦਿੱਤੀਆਂ ਨੇ ਤੇ ਡੀਪੀਓ ਕਸੂਰ ਅੱਗੇ ਜਿਹੜੇ ਅਹਿਲੇ ਇਲਾਕਾ ਵਾਲੇ ਨੇ ਉਹ ਵੀ ਅਪੀਲ ਕਰਦੇ ਪਏ ਨੇ ਵਜ਼ੀਰ ਆਲਾ ਪੰਜਾਬ ਮਰੀਮ ਨਵਾਜ਼ ਸ਼ਰੀਫ ਅੱਗੇ ਵੀ ਕਿ ਫੌਰੀ ਤੌਰ ਦੇ ਉੱਤੇ ਇਹ ਜਿਹੜਾ ਮੁਲਜ਼ਮ ਹੈ ਇਹਨੂੰ ਗ੍ਰਿਫਤਾਰ ਕੀਤਾ ਜਾਵੇ ਤੇ ਇਹਨੂੰ ਕੈਫਰੇ ਕਰਦਾਰ ਤੱਕ ਪਹੁੰਚਾਇਆ ਜਾਵੇ ਤਾਂ ਕਿ ਫਿਰ ਇਸ ਤਰ੍ਹਾਂ ਦਾ ਕੋਈ ਵਾਕਿਆ ਨਾ ਬਣ ਜਾਵੇ। ਤੇ ਦੂਸਰੇ ਪਾਸੇ ਜਿਹੜੇ ਇਸ ਤਰ੍ਹਾਂ ਦੇ ਮਾਮਲਾਤ ਹੁੰਦੇ ਨੇ, ਜ਼ਰਾਏ ਦੇ ਮੁਤਾਬਕ ਜ਼ਿਆਦਾਤਰ ਭੈਣਾਂ, ਭਰਾ, ਕਜ਼ਨ ਇਹਦੇ ਵਿੱਚ ਮਦਈ ਬਣਦੇ ਨੇ, ਫਿਰ ਸੁਲ੍ਹਾ ਕਰ ਲਿੱਤੀ ਜਾਂਦੀ ਹੈ ਤੇ ਉਸ ਤੋਂ ਬਾਅਦ ਮਾਫੀ ਦੇ ਦਿੱਤੀ ਜਾਂਦੀ ਹੈ। ਲੇਕਿਨ ਜਿਹੜਾ ਇਸ ਤਰ੍ਹਾਂ ਦਾ ਦਰਿੰਦਾ ਹੈ ਉਹਨੂੰ ਕਿਸੇ ਕਿਸਮ ਦੀ ਮਾਫੀ ਨਹੀਂ ਮਿਲਣੀ ਚਾਹੀਦੀ। ਜਿਹੜਾ ਉਹਨੇ ਜੁਰਮ ਕੀਤਾ ਹੈ ਇਹਦੀ ਕੋਈ ਵੀ ਕਿਸੇ ਕਿਸਮ ਦੀ ਮਾਫੀ ਬਣਦੀ ਹੀ ਨਹੀਂ। ਇਹਨੂੰ ਸਜ਼ਾ ਮਿਲਣੀ ਚਾਹੀਦੀ, ਜੇਲ੍ਹ ਵੀ ਜਾਣਾ ਚਾਹੀਦਾ ਹੈ। ਇੱਕ ਦਫਾ ਵਾਲਦੈਨ ਚਲੇ ਜਾਣ ਤੇ ਵਾਪਸ ਨਹੀਂ ਆਉਂਦੇ। ਜਿਹੜੀਆਂ ਵਾਲਦੈਨ ਦੀਆਂ ਦੁਆਵਾਂ ਨੇ ਉਹ ਬੰਦੇ ਨੂੰ ਕਾਮਯਾਬ ਕਰਦੀਆਂ ਨੇ। ਲੇਕਿਨ ਇਹ ਬੜਾ ਦਿਲ ਖਰਾਸ਼ ਵਾਕਿਆ ਬਣਿਆ ਹੈ। ਇਹਦੇ ਵਿੱਚ ਫੌਰੀ ਤੌਰ ਦੇ ਉੱਤੇ ਵਜ਼ੀਰ ਆਲਾ ਪੰਜਾਬ ਮਰੀਮ ਨਵਾਜ਼ ਸ਼ਰੀਫ ਨੂੰ ਚਾਹੀਦਾ ਹੈ ਕਿ ਇਹਦੇ ਉੱਤੇ ਨੋਟਿਸ ਲਿਆ ਜਾਵੇ ਤਾਂ ਕਿ ਇਸ ਤਰ੍ਹਾਂ ਕੋਈ ਹੋਰ ਜਿਹੜੀ ਜੰਨਤ ਹੈ ਦੁਨੀਆ ਦੇ ਉੱਤੋਂ ਨਾ ਜਾਵੇ। ਇਹ ਬੜਾ ਦਿਲ ਖਰਾਸ਼ ਵਾਕਿਆ ਸੀ। ਅੱਜ ਦੇ ਪ੍ਰੋਗਰਾਮ ਤੋਂ ਮੈਨੂੰ ਦਿਓ ਇਜਾਜ਼ਤ। ਇੱਕ ਨਵੇਂ ਪ੍ਰੋਗਰਾਮ ਦੇ ਨਾਲ ਤੁਹਾਡੇ ਨਾਲ ਫਿਰ ਹੋਵੇ ਦੀ ਮੁਲਾਕਾਤ। ਉਦੋਂ ਤੱਕ ਅੱਲਾ ਨਿਗਹਿਬਾਨ।